ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਇਹ ਕਹਾਣੀ ਉਹਨਾਂ ਸਭ ਲਈ ਹੈ ਜੋ ਆਪਣੇ ਮਾਪਿਆਂ ਨੂੰ ਤਹਿ ਦਿਲੋਂ ਮੁਹੱਬਤ ਕਰਦੇ ਨੇ, ਤੇ ਉਹਨਾਂ ਲਈ ਵੀ ਜਿਹੜੇ ਆਪਣੇ ਮਾਪਿਆਂ ਨੂੰ ਆਪਣੀ ਜਾਨ ਤੋਂ ਵੱਧ ਸੰਭਾਲ ਕੇ ਰੱਖਦੇ ਨੇ। ਪਰ ਕੀ ਸਾਡਾ ਪਿਆਰ ਉਹਨਾਂ ਦੇ ਅੰਤ ਤੱਕ ਵੀ ਨਾਲ ਰਹਿੰਦਾ ਹੈ? ਸਭ ਨੂੰ ਪਤਾ ਹੈ ਕਿ ਇਹ ਸਾਲ ਯਾਨੀ ਕਿ 2020 ਸਭ ਲਈ ਕੀ ਲੈ ਕੇ ਆਇਆ। ਇਹ ਕਿਸੇ ਤੋਂ ਲੁਕਿਆ ਨਹੀਂ, ਪਰ ਇਸ ਸਾਲ ਨੇ ਕਈ ਆਪਣਿਆਂ ਤੋਂ ਦੂਰ ਕਰ ਦਿੱਤਾ। ਕਰੋਨਾ ਮਹਾਮਾਰੀ ਦੇ ਚਲਦਿਆਂ ਭਾਰਤ ਦੇ ਵਿੱਚ ਹੀ ਨਹੀਂ, ਬਲਕਿ ਸੰਸਾਰ ਭਰ ਦੇ ਵਿੱਚ ਲੋਕਾਂ ਤੇ ਕਹਿਰ ਟੁੱਟਿਆ। ਕੋਈ ਰਸਤੇ ਦੇ ਵਿੱਚ ਫਸ ਗਿਆ ਤੇ ਕੋਈ ਹਸਪਤਾਲ ਤੋਂ ਘਰ ਨਹੀਂ ਪਹੁੰਚਿਆ। ਪਰ ਕੀ ਤੁਸੀਂ ਜਾਣਦੇ ਹੋ, ਇਸ ਬਿਮਾਰੀ ਦੇ ਸਾਡੇ ਸਾਹਮਣੇ ਇੱਕ ਅਸਲੀਅਤ ਨੂੰ ਨੰਗਾ ਕੀਤਾ। ਸਾਡਾ ਪਿਆਰ ਆਪਣਿਆਂ ਲਈ ਹੈ ਵੀ ਜਾਂ ਸਿਰਫ ਡਰਾਮਾ? ਮੇਰਾ ਮਕਸਦ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਨਹੀਂ, ਸਿਰਫ ਤੁਹਾਡੇ ਨਾਲ ਉਹ ਸਾਂਝਾ ਕਰਨਾ ਚਾਹੁੰਦੀ ਹਾਂ ਜਿਸ ਬਾਰੇ ਅਸੀਂ ਦੇਖ ਤਾਂ ਲੈਂਦੇ ਹਾਂ, ਪਰ ਫਿਰ ਵੀ ਸਾਡੀਆਂ ਅੱਖਾਂ ਖੁੱਲ੍ਹ ਨਹੀਂ ਪਾਉਂਦੀਆਂ। ਇਹ ਆਪ ਬੀਤੀ ਪਤਾ ਨਹੀਂ ਕਿੰਨੇ ਲੋਕਾਂ ਦੇ ਨਾਲ ਬੀਤੀ ਹੋਵੇਗੀ, ਪਰ ਇਸ ਅਹਿਸਾਸ ਨੂੰ ਦੱਸਣ ਦੇ ਲਈ ਉਹ ਜ਼ਿੰਦਾ ਹੀ ਨਹੀਂ ਬਚੇ। ਇਸ ਲਈ ਜਜ਼ਬਾਤ ਉਹਨਾਂ ਲਈ ਜੋ ਚਾਹੁੰਦੇ ਸਨ ਆਪਣਿਆਂ ਦਾ ਸਾਥ। ਗੱਲ ਦਿੱਲੀ ਦੀ ਹੀ ਕਰ ਲੈਂਦੇ ਹਾਂ। ਫਰਵਰੀ ਮਹੀਨੇ ਜਦ ਭਣਕ ਪਈ ਕਿ ਕਰੋਨਾ ਵਰਗੀ ਬਿਮਾਰੀ ਚੀਨ ਦੇ ਵੁਹਾਨ ਸ਼ਹਿਰ ਤੋਂ ਲੋਕਾਂ ਦੀਆਂ ਜਾਨਾਂ ਲੈ ਕੇ ਹੁਣ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚ ਰਹੀ ਹੈ, ਤਾਂ ਭਾਰਤ ਦੇ ਵਿੱਚ ਬੈਠੇ ਹੁਕਮਰਾਨਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਦੀ ਸਥਿਤੀ ਦੇ ਨਾਲ ਨਿਪਟਣਾ ਪੈ ਸਕਦਾ ਹੈ। ਪਰ ਭਾਰਤ ਦੇ ਲੋਕ ਇਸ ਸਥਿਤੀ ਤੋਂ ਬਿਲਕੁਲ ਅਣਜਾਣ ਸਨ। ਸੋਚਿਆ ਵੀ ਨਹੀਂ ਸੀ ਕਿ ਉਹਨਾਂ ਨਾਲ ਇਹਨਾਂ ਦਿਨਾਂ ਦੇ ਵਿੱਚ ਕੀ ਬੀਤ ਰਿਹਾ। ਗਰਾਊਂਡ ਜ਼ੀਰੋ ਤੇ ਜੋ ਕੁਝ ਵਾਪਰਿਆ, ਉਹ ਲੋਕ ਉਸ ਸੱਚਾਈ ਨੂੰ ਦੱਸਣ ਦੇ ਲਈ ਬਚੇ ਹੀ ਨਹੀਂ। ਕਰੋਨਾ ਦੇ ਭਾਰਤ ਦੇ ਵਿੱਚ ਜਦ ਦਾਖਲ ਹੋਣ ਦੀ ਪੁਸ਼ਟੀ ਹੋਈ ਤਾਂ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਾ ਹੋਇਆ ਕਿ ਉਹਨਾਂ ਨਾਲ ਅਗਲੇ ਕੁਝ ਮਹੀਨਿਆਂ ਦੇ ਵਿੱਚ ਕੀ ਹੋਣ ਵਾਲਾ ਹੈ। ਪਰ ਭਾਰਤ ਸਰਕਾਰ ਅੰਦਰ ਹੀ ਅੰਦਰ ਇਸ ਬਾਰੇ ਡੂੰਘਾ ਸੋਚ ਵਿਚਾਰ ਕਰਨ ਦੇ ਵਿੱਚ ਜੁਟ ਗਈ ਸੀ। ਸ਼ੁਰੂਆਤੀ ਦੌਰ ਦੇ ਵਿੱਚ ਆંકੜਾ ਜ਼ਿਆਦਾ ਤਾਂ ਨਹੀਂ ਸੀ, ਪਰ ਮਾਰਚ ਮਹੀਨੇ ਇੱਕ ਦਿਨ ਦੇ ਲਾਕਡਾਊਨ ਤੋਂ ਬਾਅਦ ਲੋਕਾਂ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਜੇਕਰ ਕੁਝ ਮਹੀਨੇ ਸਥਿਤੀ ਅਜਿਹੀ ਰਹੀ ਤਾਂ ਅੱਗੇ ਕੀ ਹੋ ਸਕਦਾ ਹੈ। ਪਰ ਫਿਰ ਵੀ ਸਰਕਾਰ ਨੇ ਇਸ ਸਭ ਤੇ ਨਜ਼ਰ ਬਣਾਈ ਰੱਖੀ। ਹਸਪਤਾਲਾਂ ਦੇ ਸਟਾਫ ਨੂੰ 24 ਘੰਟੇ ਤਿਆਰ ਰਹਿਣ ਦੇ ਲਈ ਕਿਹਾ। ਛੁੱਟੀਆਂ ਤੇ ਗਏ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ। ਪੁਲਿਸ, ਜਿਸ ਬਾਰੇ ਅਸੀਂ ਸੁਣਦੇ ਹਾਂ ਕਿ ਉਹ ਆਪਣਾ ਕੰਮ ਬਹੁਤ ਘੱਟ ਕਰਦੀ ਹੈ, ਉਹਨਾਂ ਕਰਮਚਾਰੀਆਂ ਨੇ 3 ਮਹੀਨੇ ਤੱਕ ਲਗਾਤਾਰ ਚੌਂਕਾਂ ਤੇ ਖੜ ਕੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਇਆ, ਪਰ ਫਿਰ ਵੀ ਇਸ ਬਿਮਾਰੀ ਤੇ ਰੋਕ ਨਹੀਂ ਲਗਾ ਪਾਏ। ਰਾਜਧਾਨੀ 'ਚ ਰਹਿੰਦੇ ਅਸ਼ੋਕ ਦੀ ਅਸੀਂ ਗੱਲ ਕਰਦੇ ਹਾਂ, ਜੋ ਕਿ ਕਹਿੰਦਾ ਕਹਾਉਂਦਾ ਵਪਾਰੀ ਸੀ। ਕਹਿ ਲਓ ਕਿ ਉਸਦੇ ਘਰ ਕੋਈ ਕਮੀ ਨਹੀਂ। ਆਪਣੇ ਮਾਪਿਓ ਦਾ ਇਕਲੌਤਾ ਬੇਟਾ ਸੀ। ਮਾਪਿਓ ਦੀ ਉਮਰ ਹੋਵੇਗੀ ਤਕਰੀਬਨ 60 ਤੋਂ 65 ਸਾਲ ਦੇ ਕਰੀਬ। ਉਹ ਸਮਾਂ ਅਜਿਹਾ ਸੀ ਜਦ ਪਤਾ ਚੱਲਦਾ ਸੀ ਕਿ COVID-19 ਦੇ ਸ਼ਿਕਾਰ ਕੋਈ ਹੋ ਚੁੱਕਿਆ ਤਾਂ ਉਹਨਾਂ ਦੇ ਲਾਗੇ ਕੋਈ ਨਹੀਂ ਲੱਗਦਾ। ਠੀਕ ਨਹੀਂ ਹੋਏ ਤਾਂ ਘਰ ਵਾਪਸੀ ਨਹੀਂ, ਉੱਪਰ ਜਾਣਾ ਤੈਅ ਸੀ। ਅਸ਼ੋਕ ਬਾਰੇ ਇਹ ਪਤਾ ਸੀ ਪੂਰੇ ਖਾਨਦਾਨ ਦੇ ਵਿੱਚ ਕਿ ਉਸਨੇ ਆਪਣੇ ਮਾਪਿਆਂ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ, ਬਹੁਤ ਸੇਵਾ ਕਰਦਾ ਉਹਨਾਂ ਦੀ, ਤੇ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਮਾਣ ਵੀ ਸੀ। ਤੁਹਾਨੂੰ ਇੱਕ ਗੱਲ ਪਤਾ ਹੈ ਕਿ ਇੱਕ ਬਜ਼ੁਰਗ ਜੋੜਾ ਕਿਉਂ ਆਪਣੇ ਕੁਝ ਪੈਸੇ ਆਪਣੇ ਬੱਚਿਆਂ ਤੋਂ ਜਾਂ ਹਰ ਕਿਸੇ ਤੋਂ ਲੁਕਾ ਕੇ ਰੱਖਦਾ ਹੈ? ਕਿਉਂਕਿ ਉਸਦਾ ਆਖਰੀ ਵੇਲਾ ਸੰਭਾਲਿਆ ਜਾਵੇ। ਇਸੇ ਤਰ੍ਹਾਂ ਅਸ਼ੋਕ ਦੇ ਪਿਤਾ ਨੇ ਵੀ ਕੁਝ ਪੈਸੇ ਆਪਣੇ ਦੇ ਲਈ ਸਾਂਭੇ ਸਨ। ਪਰ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਰੋਨਾ ਨੇ ਆਪਣੇ ਪੈਰ ਪਸਾਰੇ, ਹਰ ਕੋਈ ਡਰ ਦੇ ਖੌਫਨਾਕ ਮੰਜ਼ਰ ਦੇ ਵਿੱਚ ਚਲਾ ਗਿਆ ਕਿ ਜੇਕਰ ਇਹ ਨਾਮੁਰਾਦ ਵਾਇਰਸ ਦੀ ਚਪੇਟ ਵਿੱਚ ਉਹ ਆ ਜਾਂਦਾ ਹੈ ਤਾਂ ਬਚਣਾ ਸੌਖਾ ਨਹੀਂ। ਅਸ਼ੋਕ ਦੇ ਮਾਪੇ ਸਾਹ ਦੀ ਬਿਮਾਰੀ ਦੇ ਮਰੀਜ਼ ਸਨ। ਡਾਕਟਰੀ ਜਾਂਚ ਦੇ ਵਿੱਚ ਪਤਾ ਚੱਲਿਆ ਕਿ ਜੋੜਾ ਕਰੋਨਾ ਪੋਜ਼ਿਟਿਵ ਹੋ ਚੁੱਕਿਆ ਹੈ, ਤੇ ਜਿਸ ਦਿਨ ਉਹ ਹਸਪਤਾਲ ਪਹੁੰਚੇ, ਉਸ ਦਿਨ ਤੋਂ ਬਾਅਦ ਤਾਂ ਜਿਵੇਂ ਅਸ਼ੋਕ ਨੂੰ ਸੱਪ ਹੀ ਸੁੰਘਿਆ ਹੋਵੇ। ਉਸਨੇ ਆਪਣੇ ਮਾਤਾ-ਪਿਤਾ ਨੂੰ ਫੋਨ ਵੀ ਤੱਕ ਨਹੀਂ ਕੀਤਾ ਕਿ ਉਹ ਕਿਸ ਹਾਲਾਤ ਦੇ ਵਿੱਚ ਹੋਣਗੇ। ਬਸ ਪੂਰੇ ਆਪਣੇ ਘਰ ਨੂੰ ਸੈਨੀਟਾਈਜ਼ ਕਰਨ ਦੇ ਵਿੱਚ ਲੱਗ ਗਿਆ, ਕਿਤੇ ਬਿਮਾਰੀ ਉਸਦੇ ਬੱਚਿਆਂ ਜਾਂ ਉਸਦੀ ਪਤਨੀ ਨੂੰ ਨਾ ਹੋ ਜਾਵੇ। ਜੇਕਰ ਹੋ ਗਿਆ ਤਾਂ ਉਸਦਾ ਬਣੇਗਾ ਕੀ? ਇਸ ਲਈ ਉਹ ਹਸਪਤਾਲ ਸਟਾਫ ਨੂੰ ਵੀ ਕਹਿ ਦਿੰਦਾ ਹੈ ਕਿ ਜੇਕਰ ਉਸਦੇ ਮਾਪਿਓ ਠੀਕ ਵੀ ਹੋ ਜਾਂਦੇ ਨੇ ਤਦ ਵੀ ਉਹਨਾਂ ਨੂੰ ਘਰ ਨਾ ਭੇਜਣ, ਕਿਤੇ ਹੋਰ ਹੀ ਛੱਡ ਆਉਣ। ਪਰ ਅਸ਼ੋਕ ਦੇ ਮਾਤਾ-ਪਿਤਾ ਨੂੰ ਅਸਲ ਵਿੱਚ ਉਸ ਨਾਜ਼ੁਕ ਘੜੀ ਦੇ ਵਿੱਚ ਆਪਣੇ ਪੁੱਤਰ ਦਾ ਸਾਥ ਚਾਹੀਦਾ ਸੀ, ਜਿਸ ਨੇ ਅਪਣਾਉਣ ਤੋਂ ਮਨਾ ਕਰ ਦਿੱਤਾ।
ਇੱਕ ਥਾਂ ਤੇ ਤਾਂ ਅਜਿਹਾ ਕੁਝ ਵੀ ਦੇਖਣ ਨੂੰ ਮਿਲਿਆ ਕਿ ਲੋਕਾਂ ਨੇ ਆਪਣਿਆਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਇਸ ਬਿਮਾਰੀ ਦੇ ਸੰਪਰਕ ਦੇ ਵਿੱਚ ਨਾ ਜਾਈਏ। ਹੋਰ ਤਾਂ ਹੋਰ ਕਈ ਲੋਕ ਤਾਂ ਇਸ ਫਿਕਰ ਦੇ ਵਿੱਚ ਸਨ ਕਿ ਕੰਮਕਾਰ ਠੱਪ ਹੋ ਚੁੱਕੇ ਨੇ, ਪੈਸਾ ਨਹੀਂ ਆ ਰਿਹਾ, ਘਰ ਦੇ ਵਿੱਚ ਜਿੰਨਾ ਰਾਸ਼ਨ ਸੀ ਉਹ ਖਤਮ ਕਰ, ਅੱਗੇ ਗੁਜ਼ਾਰਾ ਕਿੱਦਾਂ ਚੱਲੇਗਾ। ਦੇਸ਼ ਦੇ ਕਿਸੇ ਹੋਰ ਕੋਨੇ ਦੇ ਵਿੱਚ ਇੱਕ ਧਰਮ ਪ੍ਰਚਾਰਕ ਜਦੋਂ ਬਾਹਰ ਦੀ ਯਾਤਰਾ ਕਰ ਆਪਣੇ ਪਿੰਡ ਨੂੰ ਮੁੜਿਆ ਤਾਂ ਕਰੋਨਾ ਪੋਜ਼ਿਟਿਵ ਪਾਏ ਜਾਣ ਤੇ ਪਿੰਡ ਵਾਲਿਆਂ ਨੇ ਉਸ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਲਾਸ਼ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਫੂਕਣ ਤੋਂ ਵੀ ਮਨਾ ਕਰ ਦਿੱਤਾ। ਕਿੰਨਾ ਬੁਰਾ ਵਕਤ ਹੋਵੇਗਾ ਉਸ ਇਨਸਾਨ ਦੇ ਲਈ ਜਿਸ ਨੇ ਸਾਰੀ ਉਮਰ ਆਪਣੇ ਧਰਮ ਤੇ ਪਿੰਡ ਦੇ ਵਿਕਾਸ ਦੇ ਲਈ ਜ਼ਿੰਦਗੀ ਪੂਰੀ ਗਾਲ ਛੱਡੀ, ਪਰ ਅੰਤ ਉਸ ਨੂੰ ਆਪਣਿਆਂ ਦਾ ਮੋਢਾ ਤੱਕ ਨਸੀਬ ਨਾ ਹੋਇਆ। ਇਹ ਇਨਸਾਨੀਅਤ ਦਾ ਅੰਤ ਦਿਖਾਈ ਦਿੱਤਾ। ਕਰੋਨਾ ਦੇ ਚਲਦਿਆਂ ਕੋਈ ਬੱਚਾ ਜੇਕਰ ਆਪਣਿਆਂ ਤੋਂ ਦੂਰ ਰਹਿੰਦੇ ਮਾਪਿਆਂ ਤੱਕ ਨਾ ਪਹੁੰਚ ਸਕਿਆ ਤਾਂ ਦੂਜੇ ਪਾਸੇ ਕਈ ਬੱਚੇ ਫਰਜ਼ ਤਾਂ ਭੁੱਲ ਹੀ ਗਏ ਕਿ ਉਹਨਾਂ ਬਜ਼ੁਰਗਾਂ ਨੂੰ ਸਾਡਾ ਹੀ ਸਾਥ ਚਾਹੀਦਾ ਹੈ, ਸਾਡੇ ਭਰੋਸੇ ਦੀ ਜ਼ਰੂਰਤ ਹੈ, ਤਾਈਓ ਤੋਂ ਆਪਣੀ ਜ਼ਿੰਦਗੀ ਦੇ ਨਾਲ ਲੜਨਗੇ। ਪਰ ਇਸ ਬਿਮਾਰੀ ਨੇ ਕਈਆਂ ਦੇ ਚਿਹਰਿਆਂ ਤੋਂ ਹਮਦਰਦੀ ਤੇ ਪਿਆਰ ਦਾ ਨਕਾਬ ਵੀ ਉਤਾਰ ਦਿੱਤਾ। ਜਿਹੜੇ ਆਪਣੇ ਕਹਿੰਦੇ ਸੀ ਕਿ ਮੁਸੀਬਤ ਦੇ ਵਿੱਚ ਮੈਨੂੰ ਯਾਦ ਰੱਖੀ, ਉਹ ਤਾਂ ਕਿਤੇ ਲੱਭੇ ਹੀ ਨਹੀਂ, ਕਿਉਂਕਿ ਪੈਸੇ ਦੀ ਮਦਦ ਲਈ ਜਦ ਕੋਈ ਕਿਸੇ ਭਰਾ ਭੈਣ ਨੂੰ ਫੋਨ ਕਰਦਾ ਤਾਂ ਅਗਲੇ ਦਿਨ ਤੋਂ ਲੱਗਦਾ ਸੀ ਜਿਵੇਂ ਰਿਸ਼ਤੇਦਾਰੀ ਹੀ ਖਤਮ ਹੋ ਗਈ। ਉਹ ਆਪਣੇ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਸਾਨੂੰ ਉਚਾਈ ਦੀ ਪੌੜੀ ਤੇ ਚੜਾਉਣ ਲਈ ਦਿਨ ਰਾਤ ਮਿਹਨਤ ਕੀਤੀ, ਉਹ ਸਾਡੇ ਲਈ ਬੇਗਾਨਿਆਂ ਵਰਗੇ ਹੋ ਗਏ। ਅਨਾਥ ਬੱਚਿਆਂ ਬਾਰੇ ਤਾਂ ਸੁਣਿਆ ਹੀ ਸੀ, ਪਰ ਜਿਉਂਦੇ ਜੀ ਕਈ ਮਾਪੇ ਜਿਨ੍ਹਾਂ ਦੇ ਬੱਚਿਆਂ ਨੇ ਆਪਣੇ ਬਜ਼ੁਰਗਾਂ ਨੂੰ ਇਕੱਲੇ ਜ਼ਿੰਦਗੀ ਦੇ ਸਫ਼ਰ ਤੇ ਛੱਡ ਦਿੱਤਾ, ਉਹ ਆਪਣੀ ਸੰਤਾਨ ਹੋਣ ਦੇ ਬਾਵਜੂਦ ਵੀ ਬੇਔਲਾਦ ਦਿਖਾਈ ਦਿੱਤੇ। ਮੈਂ ਦੇਖਿਆ ਉਸ ਪੁੱਤਰ ਨੂੰ ਜਿਹੜਾ ਖੁਦ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਦੇ ਬਾਹਰ ਸੁੱਟ ਕੇ ਚਲਾ ਗਿਆ। ਇਸ ਸਮੇਂ ਅੱਖਾਂ ਨਹੀਂ, ਦਿਲ ਅੰਦਰੋਂ ਰੋ ਰਿਹਾ ਸੀ। ਪਰ ਇਸ ਘੜੀ ਦੇ ਵਿੱਚ ਰੱਬ ਨੇ ਵੀ ਸਭ ਦਾ ਇਮਤਿਹਾਨ ਲਿਆ। ਘਰ ਆਪਣੇ ਬੱਚਿਆਂ ਨੂੰ ਛੱਡ ਵਾਪਸ ਆਉਣ ਦਾ ਕਹਿ ਕੇ ਡਾਕਟਰਾਂ ਨੇ ਦਿਨ ਰਾਤ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ। ਉਹਨਾਂ ਡਾਕਟਰਾਂ ਦੇ ਰੂਪ ਵਿੱਚ ਰੱਬ ਦੀ ਝਲਕ ਦੇਖਣ ਨੂੰ ਮਿਲੀ। ਸਹੀ ਮਾਇਨੇ ਦੇ ਵਿੱਚ ਤਿਆਗ ਦੀ ਘੜੀ ਸੀ। ਸਹੀ ਮਾਇਨੇ ਦੇ ਵਿੱਚ ਤਿਆਗ ਦੀ ਘੜੀ ਸੀ ਚਿੱਟੇ ਕੋਟ ਪਾਉਣ ਵਾਲਿਆਂ ਦੇ ਲਈ। ਜਾਂ ਤਾਂ ਆਪਣਾ ਪਰਿਵਾਰ ਚੁਣੋ ਜਾਂ ਆਪਣਾ ਆਪ ਨਿਛਾਵਰ ਕਰ ਦਿਓ ਇਹਨਾਂ ਮਰੀਜ਼ਾਂ ਦੀ ਸੇਵਾ ਦੇ ਵਿੱਚ। ਅਜਿਹਾ ਕਰਦੇ ਕਈ ਡਾਕਟਰ ਤਾਂ ਇਸ ਮਹਾਮਾਰੀ ਦਾ ਸ਼ਿਕਾਰ ਵੀ ਹੋ ਗਏ ਤੇ ਕਈ ਇਸ ਜਹਾਨ ਤੋਂ ਰੁਖਸਤ ਵੀ ਹੋ ਗਏ। ਇਸ ਸਮੇਂ ਦੇ ਵਿੱਚ ਸਭ ਤੋਂ ਵੱਡੀ ਗੱਲ ਜੋ ਦੇਖਣ ਨੂੰ ਮਿਲੀ ਕਿ ਇਨਸਾਨੀਅਤ ਕਿਸੇ ਧਰਮ, ਜਾਤੀ ਜਾਂ ਖਾਸ ਤਬਕੇ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹ ਜਜ਼ਬਾ ਤਾਂ ਦਿਲੋਂ ਆਉਂਦਾ ਹੈ, ਮਾਨਵਤਾ ਦੀ ਸੇਵਾ। ਇਸ ਔਖੇ ਸਮੇਂ ਦੇ ਵਿੱਚ ਜਦ ਕਰੋਨਾ ਦੇ ਮਰੀਜ਼ਾਂ ਦੇ ਘਰਦਿਆਂ ਨੇ ਆਪਣਿਆਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਸਮੇਂ ਇੱਕ ਅਜਿਹਾ ਪਰਿਵਾਰ ਅੱਗੇ ਆਇਆ ਜਿਸ ਨੇ ਜਾਤ-ਪਾਤ, ਮਜ਼ਹਬ ਤੋਂ ਉੱਪਰ ਉੱਠ ਕੇ ਇਹਨਾਂ ਅੰਤਿਮ ਦੇਹਾਂ ਦਾ ਬਿਨਾਂ ਕਿਸੇ ਡਰ ਦੇ ਅੰਤਿਮ ਸੰਸਕਾਰ ਕੀਤਾ। ਇਹ ਉਸ ਕੌਮ ਦਾ ਪਰਿਵਾਰ ਸੀ ਜਿਸ ਦੇ ਧਰਮ ਦੀਆਂ ਕੁਰਬਾਨੀਆਂ ਦੇ ਲਾਸਾਨੀ ਕਿੱਸੇ ਹਰ ਥਾਂ ਸੁਣਨ ਨੂੰ ਮਿਲਦੇ ਨੇ। ਸਿੱਖ ਪਰਿਵਾਰ ਦਾ ਇਹਨਾਂ ਮਰੇ ਹੋਏ ਲੋਕਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ, ਪਰ ਫਿਰ ਵੀ ਇਨਸਾਨੀਅਤ ਦੇ ਨਾਤੇ ਉਹਨਾਂ ਜਾਣ ਵਾਲਿਆਂ ਨੂੰ ਮੋਢਾ ਦਿੱਤਾ। ਇਸ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਜਵਾਨ ਪੁੱਤਰ ਸ਼ਾਮਿਲ ਸੀ ਜੋ ਇਸ ਕੰਮ ਨੂੰ ਨਿਭਾਉਂਦੇ ਖੁਦ ਵੀ ਕਰੋਨਾ ਪੋਜ਼ਿਟਿਵ ਹੋ ਗਏ, ਪਰ ਆਪਣੇ ਫਰਜ਼ ਨੂੰ ਭੁੱਲੇ ਨਹੀਂ ਕਿ ਅਸੀਂ ਸਭ ਇੱਕ ਹੀ ਹਾਂ। ਤੇ ਜਦ ਇਹ ਪਰਿਵਾਰ ਠੀਕ ਹੋ ਕੇ ਹਸਪਤਾਲ ਦੇ ਗੇਟ ਤੋਂ ਬਾਹਰ ਨਿਕਲਿਆ ਤਾਂ ਗੱਡੀਆਂ ਦੇ ਵੱਡੇ ਕਾਫਲੇ ਨੇ ਇਹਨਾਂ ਲੋਕਾਂ ਤੇ ਫੁੱਲਾਂ ਦੀ ਵਰਖਾ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ। ਆਪਣੇ ਆਪ ਦੇ ਵਿੱਚ ਇਨਸਾਨੀਅਤ ਦੀ ਵੱਡੀ ਮਿਸਾਲ ਇਹਨਾਂ ਨੇ ਪੇਸ਼ ਕੀਤੀ। ਬੇਗਾਨੇ ਹੋ ਕੇ ਵੀ ਉਹ ਕੀਤਾ ਜੋ ਉਹਨਾਂ ਲੋਕਾਂ ਦੇ ਆਪਣੇ ਨਾ ਕਰ ਪਾਏ। ਇਸ ਲਈ ਇਸ ਪਰਿਵਾਰ ਨੂੰ ਸਾਡੇ ਵੱਲੋਂ ਵੀ ਵੱਡਾ ਸੈਲੂਟ ਹੈ। ਜਾਨ ਦੀ ਕੀਮਤ ਤੇ ਆਪਣਿਆਂ ਤੋਂ ਦੂਰ ਜਾਣ ਦਾ ਕੰਮ ਬਹੁਤ ਵੱਡਾ ਹੈ। ਤੇ ਜੇਕਰ ਅਜੇ ਵੀ ਤੁਹਾਨੂੰ ਸਮਝ ਨਹੀਂ ਆਈ ਤਾਂ ਸਮਝੋ, ਕਰੋਨਾ ਤੋਂ ਡਰੋ ਨਹੀਂ, ਸਗੋਂ ਇਸ ਨਾਲ ਲੜੋ। ਜ਼ਰੂਰਤ ਹੈ ਬਜ਼ੁਰਗਾਂ ਦੀ ਹਿੰਮਤ ਵਧਾਉਣ ਦੀ, ਜਿਨ੍ਹਾਂ ਨੇ तमाम ਉਮਰ ਸਾਨੂੰ ਕਾਬਿਲ ਬਣਾ ਸਾਡੀ ਸੇਵਾ ਕੀਤੀ ਤੇ ਇਸ ਵਕਤ ਅਸੀਂ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟ ਸਕਦੇ। ਉਹਨਾਂ ਦੇ ਨਾਲ ਰਹੋ, ਸਾਵਧਾਨੀ ਵਰਤੋ ਤੇ ਆਪਣਿਆਂ ਦਾ ਸਹਾਰਾ ਬਣੋ। ਤੁਹਾਡੀ ਹਿੰਮਤ ਹੀ ਆਪਣਿਆਂ ਦਾ ਹੌਸਲਾ ਬਣ ਉਹਨਾਂ ਨੂੰ ਇਸ ਮੁਸ਼ਕਿਲ ਵਕਤ ਦੇ ਵਿੱਚੋਂ ਬਾਹਰ ਕੱਢੇ। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ, ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਤੇ ਹਾਂ, ਰੈੱਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ, ਦਿਲ ਸੇ ਬਾय नीलू।